ਗਿਆਨ ਧਿਆਨ ਕਿਛ ਕਰਮ ਨ ਜਾਣਾ, ਸਾਧ ਨ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਹੋਵੇ ਸਿਫਤ ਕਸਮ ਦੀ, ਨੂਰ ਅਰਸੋਂ ਪੁਰਸੋਂ ਚੱਟੀਐ। ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀਐ। ਸਤਿਗੁਰ ਪਾਰਸ ਪਰਸੀਐ, ਕੰਚਨ ਕਰੇ ਮਨੂਰ ਮਲੀਨਾ। ਸਤਿਗੁਰ ਪਾਵਨ ਚੰਦਨੋ, ਵਾਸ ਵਾਸ ਕਰੇ ਲਖੀਣਾ। ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਵਿਰਾਸ। ਹਰ ਕਿਰਪਾ ਤੇ ਸੰਤ ਭੇਟਿਆ, ਮਨ ਨਾਨਕ ਮਨ ਪ੍ਰਗਾਸ। ਜੁਗੋ ਜੁਗ ਅਟਲ, ਚਵਰ ਛਤਰ ਤਖਤ ਦੇ ਮਾਲਕ। ਜਹਰਾ ਜਹੂਰ ਹਾਜ਼ਰ ਹਜ਼ੂਰ, ਸਭ ਭਲਾ ਭਰਪੂਰ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਗੋਦ ਅੰਦਰ ਅੱਜ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਤਿੰਨਾਂ ਦੇ ਬੰਦੀ ਛੋੜ ਦਿਵਸ ਨੂੰ ਮੁੱਖ ਰੱਖਦਿਆਂ ਹੋਇਆਂ ਦੀਵਾਲੀ ਦੇ ਪਰਬ ਨੂੰ ਮਨਾਉਂਦਿਆਂ ਹੋਇਆਂ ਆਪ ਸਮੂਹ ਸੰਗਤਾਂ ਗੁਰੂ ਦਰਬਾਰ ਦੇ ਵਿੱਚ ਨਕ ਨਮਸਤਕ ਹੋ ਰਹੀਆਂ ਹੋ। ਸਤਿਗੁਰੂ ਜੀ ਦੇ ਇਸ ਪਾਵਨ ਪਰਬ ਨੂੰ ਮੁੱਖ ਰੱਖਦਿਆਂ ਹੋਇਆਂ ਜੋ ਵਿਚਾਰ ਆਪ ਜੀ ਦੇ ਸਾਹਮਣੇ ਰੱਖਣ ਜਾ ਰਿਹਾ ਹਾਂ, ਕੁਝ ਆਪਾਂ ਗੁਰਬਾਣੀ ਦੇ ਵਿਚਾਰ ਨਾਲ ਕਰਾਂਗੇ, ਕੁਝ ਇਤਿਹਾਸਕ ਪੱਖ ਵੀ ਵਿਚਾਰਨੇ ਬੜੇ ਜ਼ਰੂਰੀ ਹਨ। ਕਿਉਂਕਿ ਜਿਹੜੀ ਕੌਮ ਆਪਣੇ ਇਤਿਹਾਸ ਨੂੰ, ਆਪਣੇ ਵਿਰਸੇ ਨੂੰ ਭੁੱਲ ਜਾਇਆ ਕਰਦੀ ਹੈ, ਉਹ ਕੌਮਾਂ ਜਿਹੜੀਆਂ ਨੇ ਉਹਨਾਂ ਨੂੰ ਕੋਈ ਜੀਵਨ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਟਿਕਾਅ, ਕੋਈ ਆਸਰਾ ਨਹੀਂ ਪ੍ਰਾਪਤ ਹੁੰਦਾ। ਉਹ ਫਿਰ ਆਪਣੇ ਉਸ ਮਾਰਗ ਤੋਂ ਭਟਕ ਜਾਇਆ ਕਰਦੀਆਂ, ਜੋ ਮਾਰਗ ਉਹਨਾਂ ਨੂੰ ਉਹਨਾਂ ਦੇ ਪੈਰੋਕਾਰਾਂ ਨੇ, ਉਹਨਾਂ ਦੇ ਵੱਡ ਵਡੇਰਿਆਂ ਨੇ ਦਰਸਾਇਆ ਹੁੰਦਾ ਹੈ। ਤੋ ਸਾਧ ਸੰਗਤ ਜੀ, ਸਭ ਤੋਂ ਪਹਿਲਾਂ ਇਸ ਵਿਚਾਰ ਨੂੰ ਆਰੰਭ ਕਰਨ ਤੋਂ ਪਹਿਲਾਂ ਜੋ ਕਿ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਬਖਸ਼ੀ ਹੋਈ ਫਤਿਹ ਬੁਲੰਦ ਕਰੀਏ। ਕੋਈ ਵੀ ਰਸਨਾ ਵਾਂਝੀ ਨਾ ਰਵੇ, ਬੜੇ ਪਿਆਰ ਤੇ ਸਤਿਕਾਰ ਦੇ ਨਾਲ ਫਤਿਹ ਬੁਲਾਈਏ। ਆਖੀਏ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰ ਬੰਦੀ ਛੋੜ ਹੈ, ਜੀਵਨ ਮੁਕਤ ਕਰੇ ਉਡੀਨਾ। ਭਾਈ ਗੁਰਦਾਸ ਜੀ ਇੱਕ ਬੜੀ ਸੋਹਣੀ ਉਹਨਾਂ ਦੀ ਵਾਰ ਹੈ, ਉਹਦੇ ਵਿੱਚ ਉਹਨਾਂ ਨੇ ਗੁਰਮੁਖ ਗਾਡੀ ਦਾ ਜਿਹੜਾ ਸਮਝਾਣਾ ਕੀਤਾ ਹੈ, ਉਹ ਕਈ ਵਾਰੀ ਪੜ੍ਹੀਦਾ, ਮਨ ਅੰਦਰ ਧੂਹ ਪੈਂਦੀ ਹੈ ਕਿ ਕਾਸ਼ ਅਸੀਂ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝ ਪਾਉਂਦੇ। ਤੇ ਅੱਜ ਜੋ ਸਾਡਾ ਜੀਵਨ ਕਈ ਵਾਰ ਕਈ ਮਨੁੱਖਾਂ ਦਾ ਵੇਖਣ ਨੂੰ ਮਿਲਦਾ ਕਿ ਇਨਸਾਨ ਭਟਕਣਾ ਦੇ ਵਿੱਚ ਹੈ, ਭਰਮ ਦੇ ਵਿੱਚ ਹੈ। ਉਹਦਾ ਇੱਕੋ ਇੱਕ ਕਾਰਨ ਹੈ ਕਿ ਉਸ ਗੱਲ ਨੂੰ ਨਹੀਂ ਸਮਝ ਪਾਇਆ ਜੋ ਗੱਲ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਸਾਨੂੰ ਸਮਝਾਈ ਸੀ। ਉਹ ਪਾਵਨ ਵਾਰ ਹੈ
ਭਾਈ ਗੁਰਦਾਸ ਜੀ ਦੀ ਉਹਦੇ ਵਿੱਚ ਉਹ ਫਰਮਾਨ ਕਰਦੇ ਹਨ, ਆਮਨ ਕੀ ਸਾਧ ਕਤ ਮਿਟਤ ਆਮਲੀ ਖਾਏ, ਪਿਤਾ ਕੋ ਪਿਆਰ ਨਾ ਪਰੋਸੀ ਪੈ ਪਾਈਏ। ਇਹਦੇ ਅਰਥ ਹਨ ਵੀ ਕੋਈ ਮਨੁੱਖ ਉਹ ਅੰਬ ਖਾਣਾ ਚਾਹਵੇ, ਕਵੇ ਮੈਨੂੰ ਅੰਬ ਬੜਾ ਵਧੀਆ ਲੱਗਦਾ ਹੈ ਤੇ ਮੈਂ ਅੰਬ ਖਾਣਾ ਹੈ, ਤੇ ਅੰਬ ਦੀ ਬਹਾਰ ਨਾ ਹੋਵੇ ਤੇ ਉਦੋਂ ਜਿਹੜੀਆਂ ਨੇ ਅੰਬੀਆਂ ਲੱਗੀਆਂ ਹੋਣ, ਤੇ ਕੋਈ ਮਨੁੱਖ ਕਵੇ ਤੈਨੂੰ ਅੰਬ ਬੜਾ ਵਧੀਆ ਲੱਗਦਾ, ਤੂੰ ਅੰਬ ਦੀ ਜਗ੍ਹਾ ਤੇ ਇਹ ਅੰਬੀਆਂ ਖਾ ਲੈ। ਉਹ ਕਵੇਗਾ ਮੈਨੂੰ ਅੰਬ ਵਧੀਆ ਲੱਗਦਾ, ਨਾ ਕਿ ਖੱਟੀਆਂ ਅੰਬੀਆਂ। ਤੋਂ ਮਿੱਠਾ ਹੁੰਦਾ ਜਿਹੜੀਆਂ ਜਿਹੜੀਆਂ ਅੰਬੀਆਂ ਹੋਇਆ ਕਰਦੀਆਂ ਨੇ ਉਹ ਜਿਹੜੀਆਂ ਖੱਟੀਆਂ ਹੋਇਆ ਕਰਦੀਆਂ ਨੇ, ਕਈ ਵਾਰ ਤੇ ਕੌੜੀਆਂ ਵੀ ਹੁੰਦੀਆਂ ਨੇ ਸ਼ੁਰੂ ਵਿੱਚ। ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਕੋਈ ਮਨੁੱਖ ਅੰਬ ਖਾਵੇ, ਚਾਹਵੇ ਕਿ ਅੰਬ ਖਾਵਾਂ, ਉਹਨੂੰ ਉਸਦੇ ਅੱਗੇ ਪਰੋਸ ਦਿੱਤਾ ਜਾਵੇ ਅੰਬਲੀ, ਭਾਵ ਕੱਚੀ ਅੰਬੀ ਦੇ ਦਿੱਤੀ ਜਾਵੇ, ਤੇ ਉਹ ਤ੍ਰਿਪਤ ਨਹੀਂ ਹੋ ਪਾਏਗਾ। ਉਹ ਕਹੇਗਾ ਨਹੀਂ ਵੀ ਮੈਂ ਤੇ ਅੰਬ ਦੇ ਬਾਰੇ ਸੋਚਿਆ ਸੀ, ਤੁਸੀਂ ਮੈਨੂੰ ਜਿਹੜੀ ਹੈ ਅੰਬੀ ਅੱਗੇ ਰੱਖ ਦਿੱਤੀ ਹੈ, ਮੈਂ ਨਹੀਂ ਖਾਵਾਂਗਾ, ਖੱਟਾ ਮੈਨੂੰ ਪਸੰਦ ਨਹੀਂ, ਮੈਨੂੰ ਤਾਂ ਮਿੱਠਾ ਪਸੰਦ ਹੈ। ਤਾਂ ਭਾਈ ਗੁਰਦਾਸ ਜੀ ਕਹਿੰਦੇ ਨੇ ਪਿਤਾ ਕੋ ਪਿਆਰ ਨਾ ਪਰੋਸੀ ਪੈ ਪਾਈ ਹੈ। ਹੁਣ ਪਿਤਾ ਦਾ ਪਿਆਰ ਪਿਤਾ ਕੋਲੋਂ ਨਹੀਂ ਮਿਲ ਰਿਹਾ, ਤੇ ਕੋਈ ਕਵੇ ਕਿ ਮੈਂ ਪੜੋਸੀ ਜਿਹੜੇ ਨੇ ਉਹ ਕਵੇ ਕਿ ਮੈਂ ਤੈਨੂੰ ਪਿਤਾ ਦਾ ਪਿਆਰ ਦੇਵਾਂਗਾ, ਨਹੀਂ ਦੇ ਸਕਦਾ। ਪਿਤਾ ਦਾ ਪਿਆਰ ਪੜੋਸੀ ਕਦੀ ਵੀ ਨਹੀਂ ਦੇ ਸਕਦਾ। ਤਾਂ ਜੋ ਅੱਜ ਆਪਾਂ ਵਿਚਾਰ ਕਰਨੀ ਹੈ ਉਹ ਹੈ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਬੰਦੀ ਛੋੜ, ਜਿਨ੍ਹਾਂ ਨੇ ਗਵਾਲੀਅਰ ਦੇ ਕਿਲੇ ਦੇ ਵਿੱਚੋਂ 52 ਰਾਜਿਆਂ ਨੂੰ ਆਜ਼ਾਦ ਕਰਵਾਇਆ। ਔਰ ਕਿਤੇ ਨਾ ਕਿਤੇ ਜਿਹੜੀ ਕ੍ਰਾਂਤੀ ਹੈ ਨਾ ਆਜ਼ਾਦੀ ਦੀ, ਉਹ ਕ੍ਰਾਂਤੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਲੈ ਕੇ ਆਏ, ਜੋ ਉਹਨਾਂ ਨੇ ਪੂਰਨੇ ਪਾਏ। ਸਾਧ ਸੰਗਤ ਜੀ ਥੋੜਾ ਜਿਹਾ ਧਿਆਨ ਦਿਓ। ਅੱਜ ਮੈਂ ਸਮਝ ਸਕਦਾ ਹਾਂ ਕਿ ਦੀਵਾਲੀ ਦਾ ਦਿਨ ਹੈ, ਸੰਗਤਾਂ ਆ ਰਹੀਆਂ ਨੇ ਜਾ ਰਹੀਆਂ ਨੇ, ਪਰ ਥੋੜਾ ਜਿਹਾ ਆਪ ਜੀ ਇੱਕ ਵਾਰੀ ਇਕਾਗਰਤਾ ਬਖਸ਼ਿਸ਼ ਕਰੋ, ਗੱਲਾਂ ਬਾਤਾਂ ਇੱਕ ਵਾਰੀ ਨਾ ਕਰੋ ਤੇ ਚੰਗੀਆਂ ਗੱਲਾਂ ਨੇ। ਕਿਉਂਕਿ ਜਦੋਂ ਤੁਸੀਂ ਸਾਹਮਣੇ ਬੈਠ ਕੇ ਗੱਲਬਾਤ ਕਰੋਗੇ ਤੇ ਮੇਰਾ ਧਿਆਨ ਭਟਕ ਜਾਵੇਗਾ, ਮੈਂ ਉਹ ਗੱਲ ਨਹੀਂ ਤੁਹਾਨੂੰ ਦੱਸ ਸਕਾਂਗਾ ਜੋ ਮੈਂ ਦੱਸਣਾ ਚਾਹੁੰਦਾ। ਇਸ ਕਰਕੇ ਹੱਥ ਜੋੜ ਕੇ ਬੇਨਤੀ ਹੈ, ਕਿਰਪਾ ਕਰਕੇ ਥੋੜਾ ਜਿਹਾ ਚੁੱਪ ਦਾ ਦਾਨ ਬਖਸ਼ਿਸ਼ ਕਰੋ। ਤਾਂ ਮੈਂ ਜਿਹੜੀ ਗੱਲ ਕਰ ਰਿਹਾ ਕਿ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ, ਜਿਨ੍ਹਾਂ ਨੇ 52 ਕਲੀਆਂ ਵਾਲਾ ਚੋਲਾ ਪਹਿਲ ਕਰਕੇ ਗਵਾਲੀਅਰ ਦੇ ਕਿਲੇ ਤੋਂ 52 ਰਾਜਿਆਂ ਨੂੰ ਮੁਕਤ ਕਰਾਇਆ। ਔਰ ਕਈ ਵਾਰੀ ਮਨ ਦੇ ਵਿੱਚ ਕਈਆਂ ਦੇ ਸਵਾਲ ਪੈਦਾ ਹੋ ਜਾਂਦਾ ਹੈ ਵੀ ਉਹਦੇ ਵਿੱਚ ਰਾਜਿਆਂ ਨੂੰ ਹੀ ਕਿਉਂ ਬਾਹਰ ਕੱਢਿਆ ਗਿਆ, ਉਹਦੇ ਵਿੱਚ ਕੋਈ ਗਰੀਬ ਗੁਰਬੇ ਜਿਹੜੇ ਸਨ ਉਹਨਾਂ ਨੂੰ ਕਿਉਂ ਨਹੀਂ ਕੱਢਿਆ ਗਿਆ, ਕੋਈ ਹੋਰ ਕੈਦੀਆਂ ਨੂੰ ਕਿਉਂ ਨਹੀਂ ਕੱਢਿਆ ਗਿਆ, ਕੇਵਲ ਤਾਂ ਕੇਵਲ ਰਾਜਿਆਂ ਨੂੰ ਕੱਢਿਆ ਗਿਆ। ਗੁਰੂ ਤਾਂ ਬਖਸ਼ੰਦ ਹੈ, ਗੁਰੂ ਤਾਂ ਸਾਰਿਆਂ ਦੇ ਨਾਲ ਇੱਕੋ ਜਿਹਾ ਪਿਆਰ ਕਰਦਾ ਹੈ, ਤਾਂ ਇਹ ਕਿਸ ਤਰ੍ਹਾਂ ਹੋਇਆ? ਇਹ ਵੀ ਸਾਡੇ ਅੰਦਰ ਇੱਕ ਸਵਾਲ ਪੈਦਾ ਹੋ ਜਾਂਦਾ। ਕਈ ਵਾਰ ਇਹ ਵੀ ਜਿਹੜਾ ਸਵਾਲ ਸਾਡੇ ਸਾਹਮਣੇ ਹੈ ਕਿ ਜਦੋਂ ਗਵਾਲੀਅਰ ਦੇ ਕਿਲੇ ਤੋਂ ਸਤਿਗੁਰੂ ਜੀ ਨੇ 52 ਰਾਜਿਆਂ ਨੂੰ ਬਾਹਰ ਕੱਢਿਆ, ਉਸ ਵੇਲੇ ਕਿਹੜਾ ਸਮਾਂ ਸੀ? ਉਦੋਂ ਕੀ ਦੀਵਾਲੀ ਸੀ ਜਾਂ ਕੋਈ ਹੋਰ ਸਮਾਂ ਸੀ? ਇਹ ਵੀ ਸਾਡੇ ਸਾਹਮਣੇ ਇੱਕ ਪਹਿਲੀ ਦੀ ਤਰ੍ਹਾਂ ਜਿਹੜਾ ਹੈ ਕਈਆਂ ਦੇ ਸਾਹਮਣੇ ਪ੍ਰਗਟ ਹੋ ਜਾਂਦਾ ਹੈ। ਤੋ ਜਿਹੜੀ ਇਹ ਸਾਰੀ ਜਿਹੜੀ ਕੰਡੀਸ਼ਨ ਬਣੀ, ਇਹ ਜਿਹੜਾ ਸਾਰਾ ਕੁਝ ਸਮਾਂ ਜਿਹੜਾ ਇਸ ਤਰ੍ਹਾਂ ਦਾ ਆਇਆ, ਇਹਦੀ ਸ਼ੁਰੂਆਤ ਕਿੱਥੋਂ ਹੁੰਦੀ ਹੈ ਸਾਧ ਸੰਗਤ ਜੀ? ਇਹਦੀ ਸ਼ੁਰੂਆਤ ਹੁੰਦੀ ਹੈ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਸਮੇਂ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜਦੋਂ ਗੁਰਤਾ ਗੱਦੀ ਤੇ ਬੈਠਦੇ ਹਨ, ਧਿਆਨ ਨਾਲ ਸੁਣਨਾ, ਬੱਚੇ ਸਾਹਮਣੇ ਬੈਠੇ ਨੇ, ਚਲੋ ਬੱਚੇ ਸੁਣ ਲੈਣਗੇ, ਇਹਨਾਂ ਨੂੰ ਕੋਈ ਪਤਾ ਲੱਗ ਜਾਏਗਾ ਕਿ ਜਿਹੜੇ ਸਤਿਗੁਰੂ ਜੀ ਨੇ ਆਪਾਂ ਬੰਦੀ ਛੋੜ ਕਹਿੰਦੇ ਆ ਵੀ ਉਹਦਾ ਮਤਲਬ ਕੀ ਹੈ। ਬੰਦੀ ਛੋੜ ਦਾ ਇੱਕ ਤੇ ਗੁਰੂ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਵੀ ਸਾਡੇ ਬੰਧਨਾਂ ਤੋਂ ਛੁਡਾਉਣ ਵਾਲੇ ਹਨ। ਆਪਾਂ ਪੜ੍ਹਦੇ ਆ ਕਿ ਸਤਿਗੁਰ ਜਿਹੜੇ ਹਨ ਉਹ ਬੰਧਨਾਂ ਤੋਂ ਛੁਡਾਉਣ ਵਾਲੇ, ਬੰਧਨ ਤੇ ਛੁਟਕਾਵੇ, ਬੰਧਨਾਂ ਤੋਂ ਛੁਟਕਾਉਣ ਵਾਲਾ।
क्योंकि सतगुरु जी के बारे आप कहते हाँ कि सतगुर बंदी छोड़ है जीवन मुक्त कढ़े उडीना। उसका भाव यही है कि सतगुरु जी सानू विकारां के बंधनों तो भी छुड़ाउण वाले हैं। केवल तो केवल उन्होंने ग्वालियर के किले विचों राजियां नूं जिहड़ा कढ़ करके ही वो बंदी छोड़ नहीं हैं, वो साडे अंदर के विकारां तो भी छुड़ाउण वाले हैं। तो मैं बेनती करा, गुरु अर्जन देव जी महाराज जो गुरता गद्दी ते बैठते हैं उस वेले संगतां काबल कंधार दियां आया करदियां ने, और आसे पासे मालवा दुआबा इस पासे संगतां बहुत इकट्ठ हुंदा है, गुरु साहब जी के दरबार सजदे हैं। एक बार की होया, एक सिख गुरु साहब वास्ते उन्हां दे महलां वास्ते एक जो माता गंगा जी के वास्ते सोहने वस्त्र लैके आया, दुशाले लैके आया। उस वेले सतगुरु जी ने उस दशालियां नूं उस भेटां नूं प्रवान किया ते माता गंगा जी के कोल पहुँचा दिता। माता गंगा जी ने जदों रुत बदलती है उस वेले जिवें आपां अजकल रुत बदली है, अपने जिहड़ियां गर्म कपड़े ने जां जिहड़े संदूखां च पए हुंदे ने उन्हां नूं बाहर कढ के सुकाउने आ, क्योंकि बरसात तो बाद अक्सर सीलिंग आ जाती है। माता जी ने भी इस तरह किया, दुशाले जिहड़े सन वो चबारे ते जिहड़ियां हन चबारे ते पाए, सुकने पाए। ये वेख करके पिरथी चंद की जिहड़ी घर वाली है बीबी करमो, उसनूं बड़ा हेठ जिहड़ा सी उसनूं बड़ी ईर्खा हुई, हेठी हुई, तो वो अपने पति पिरथी चंद नूं कहन लगे कि तुसीं जे किते सियाणियां गल्लां कीतियां हुंदियां, अपने पिता का कहना मन्निया हुंदा, तुसी वड्डे सी ते तुहानूं गुरता गद्दी मिलनी सी। आ जो दसाले अज तुहाडे छोटे भरा दे घर तुहाडी भरजाई दे कोल ने, ये दसाले मेरे कोल होया करने सी। ते उत्थे फिर पिरथी चंद जिहड़ा भैड़ी नीयत का मालक सी, उसने एक गल कही कि भागवाने क्यों तू झुरदी है, किस गल का तू घाटा मानदी है, तेनू नहीं पता? तू सोच के वे, अपने घर पुत्र है, मेहरबान साडे घर है, और मेहरबान नूं धन श्री गुरु अर्जन देव जी महाराज बहुत प्यार करते थे। ते मेहरबान नूं ही अगां गुरगति मिलेगी, उसका कारण यह है कि साडे इन्हां दे घर कोई औलाद नहीं। तो पिरथी चंद क्या करता सी, माल है साडा, असां है लैना, इन्हां दे घर ना धी ना साक ना सहना, इन्हां दे घर ते ना कोई धी पुत्र है ना कुछ है, जिन्ना कुछ मर्जी इकट्ठा कर लें सारा कुछ साडे घर आना है। तो कर्मों खुश हो गई, पर खुशी जिहड़ी सी कुछ दिन तक रही, पर खुशी जदों सी वो गमी में बदलदियां देर नहीं लगी। होया कि सतगुरु गुरु अर्जन देव जी महाराज के घर एक दल भंजन गुरु सूरमा वड जोधा बहु पर उपकारी, धन धन श्री गुरु हरगोबिंद साहब महाराज तिन्हां दा आगमन होया। वडाली पिंड दे विच माता गंगा जी दे उधर तो गुरु हरगोबिंद साहब जी का जदों आगमन होया, ये गल सुन करके पिरथी चंद नूं गल चंगी ना लगी भी ये की होया, मैं तो कुछ होर विਉਂਤ बना के बैठा सी, इत्थे ते सारा कुछ ही गलत हो गई है। उसने अपने वालों कोशिश की कि नहीं मैं इन्नी जल्दी हार नहीं मनांगा। उन्हें एक कोशिश ये की कि एक दाई नूं जिहड़ी कि दुध पिलाण वाली सी, खिडौणी सी, उसनूं कहा तू अपने थणा ते जहर ला करके तू उसनूं पहले उस बालक नूं चुकी, फिर उन्होंने दुध पिलाण दे बहाने उन्होंने विष वाला दुध पिला दी, वो थणा नूं विष लगेगी, जहर लगेगा, बालक खत्म हो जाएगा। पर होया कि रब दा भाणा मेरा सतगुर रखवाला हुआ, तार कृपा प्रभ हाथ दे रखिया, हर गोबिंद नवा नरवा। गुरु हरगोबिंद साहब महाराज नूं उस अकाल पुरख वाहिगुरु ने मेहर भरिया हाथ रख करके उस ऐसी बद सलूकन उस तरह की उस स्त्री तो बचा करके उन्होंने किते का ही जिहड़ा सी इनाम मिल गया। वो जिहड़ा थणा नूं दुध जिहड़ा जिथे दुध पिलाना सी, जिथों अमृत निकलना सी, उत्थे उसने जहर ला करके
धन श्री गुरु हरगोबिंद साहब महाराज नूं मारन की कोशिश की, पर होया कि आप ही उस जहर के साइड इफैक्ट के नाल आप ही वो जिहड़ी सी मर गई। और मरदियां मरदियां प्रिथी चंद का जिहड़ा सी पाज खेड़ के चली गई कि मैनू इसने ये दुष्कर्म करने वास्ते भेजा सी, मैनू इसने लालच दिता सी ते अज मैनू अपने कीते दी सज़ा मिल गई है, पर मैं तुहाडे नाल गलत करन जा रही सी, मैनू मरदियां नूं मैनू बख्श दिओ। तो श्री गुरु अर्जन देव महाराज जी ने थोड़ी चौकसी वरती, पर इसने फिर एक खिडौने नूं तैयार किया। इतिहासकार दसदे ने उस खिडौने नूं कहा कि तू एक काम करी, गुरु हरगोबिंद साहब जी नूं जिहड़ा है ये दही दे विच जहर पा के देवी। गुरु हरगोबिंद साहब छोटे सन जो 4-5 महीनों के, तो उस वेले सतगुरु जी ने दही खाण तो मना कर दिता और रुदन करन लग पे। ये वेख करके माता गंगा जी नाल दे सेवक जिहड़े सन भी बालक अगे दही खा लैंदा है, अज की गल है, अज क्यों नहीं खा रहा। तो उस वेले उस खिडौने के हथों जल्दबाजी दे विच जिहड़ा सी दही हथों छुट गया। कहते हैं कि उत्थे एक कुत्ता दी जिहड़ा कई कुत्ते जिहड़े ने वो वेखदे रहिंदे ने कि मालक कदों कोई सानूं बुरकी पाए असीं खाईए। कुत्ते नेड़े नेड़े भटकते रहंदे ने। उन्हें कुत्ते ने वेख्या दही थले डिगी, ये तो मेरी है। उन्हें दही खाधी, कुत्ता उत्थे तड़प तड़प के मर गया। और इस गल का पता लग गया कि ये जहर सी, तां ही उसकी मौत हुई है। उस खिडौने नूं पकड़िया, जदों उसकी कुटमार की गई, उन्होंने पूछा गया, उन्हें दस दिता कि मैनू एक कुकर्म करने वास्ते प्रिथी चंद ने भेजा सी। इस तरह एक नौकर का पुत्र जिहड़ा सी उहदे बारे भी दसिया जाता है। उन्होंने मिठाई दे करके गुरु हरगोबिंद साहब जी ने खिडाउण वास्ते भेजा गया। उन्होंने कहा कि चंगी मिठाई तू खावी ते जहर वाली जिहड़ी गुरु हरगोबिंद साहब नूं खवाई। होया कि मालिक की मर्जी, जिहड़ी चंगी सी वो गुरु हरगोबिंद साहब जी नूं खिलाउण लग पिया ते जिहड़ी जहर वाली सी वो आप खाण लग पिया। उत्थे भी उस परमेश्वर ने सतगुरु जी की रखिया की। हुण ये सारियां गल्लां जिहड़ियां सन ये गुरता गद्दी दे वास्ते सन। प्रिथी चंद चाहुंदा सी उहदे हिसाब दे नाल गुरता गद्दी एक मौज मस्ती की चीज़ है जिहदे विच धन दौलत सब कुछ प्राप्त हो जाता है। तो जदों ये गल हुई उसने बहुत कोशिश की, पर अपनी गल जिहड़ी सी ना मनवा सका। दूजे पासे हुण आपां देखीए, जहांगीर अकबर तो बाद तख्त ते बैठदा है और उसने अपने जिहड़ी उसने जीवनी लिखी है वो तुजक दे विच उसने एक गल लिखी है कि मैं कई दिनों तो गुरु नानक दी उस घर नूं दुकान कहता है, वो भी झूठ की दुकान, कहता मैं इसनूं बंद करना चाहुंदा। पर जदों तख्त ते बैठदा है और उस वेले खुसरो की बगावत होंदी है। खुसरो जिहड़ा सी वो गुरु साहब जी का बड़ा परम सेवक सी। गुरु साहब जी के कोल आउंदा है, उत्थे आ करके सतगुरु जी नूं मिल करके जदों दरिया पास ब्यास सा पार कर जाता है तो इस गल की भनक जिहड़ी है ये जहांगीर नूं मिल जाती है, जिथे गुरु अर्जन देव महाराज जी नूं एक कारण ये भी मन्निया जाता कि इसने इन्हां ने गुरु जिहड़े ने इन्हां ने खुसरो की जिहड़ी है बगावत दे विच उन्हां दा साथ दिता है। देश धरोह दा मुकदमा गुरु अर्जन देव जी ते लाया गया। दूसरे पासे केवल तो केवल ये कारण नहीं, कारण होर भी सन। जहांगीर नूं ये सी कि जिहड़े गुरु नानक की सिੱਖੀ नूं वेख करके उस तो प्रसन्न हो करके उहदे सिस्टम नूं वेख करके उहदे वल आकर्षित हो रहे सन। उहदे मन विच सी कि ये जिहड़ी सिੱਖਾਂ की तादाद वधदी जा रही है, किसी वेले मेरे राज भाग नूं कोई किसी तरह का खतरा ना हो जाए। इस करके भी उसने गुरु अर्जन देव महाराज जी नूं जिहड़ा है तत्ती ते बिठाण का जिहड़ा है प्रण किया, फैसला सुनाया। और दूजे पासे एक कारण ये भी मन्निया जाता है कि जदों गुरु हरगोबिंद साहब महाराज जी का रिश्ता दिल्ली दे विच इस जिहड़ा इत्थे कीता गया तो इत्थे आकर के जदों इसने कहा सी कि मोरी दी इट चबारे दी इट नूं मोरी दे विच ला के आए, उस वेले सतगुरु जी ने सिंह जिहड़ियां दिल्ली दी संगतां सन उन्हां दे कहण दे उत्ते वो रिश्ता भी छड्डिया। तां तेरा सी मेहरबान
इसने भी कोशिश की और प्रिथी चंद ने भी कोशिश की सरकारे दरबारे जा करके कंन भरने तो इन्हां दे नाल मिल करके गुरु अर्जन देव जी महाराज जी को शहीद करवा दिता। हुण जदों गुरु अर्जन देव जी महाराज शहीद हुए तो गुरु हरगोबिंद साहब जी की महाराज की उम्र उस वेले तकरीबन 11 साल मनी जाती है। तो गुरु अर्जन देव जी महाराज जदों लाहौर जाते हैं उन्होंने पता सी भी हुण वापस परतना बड़ा मुश्किल है, इस करके गुरता गद्दी की जिम्मेवारी सारी गुरु हरगोबिंद साहब जी दे देंगे। जदों सतगुरु जी के इस लसानी शहादत का पता सतगुरु जी को मिलता है तो सतगुरु जी उस वेले कहते हैं कि हुण बहुत शांति के नाल इस गल ते जिहड़ा है पैरा दे दिता गया। हुण केवल तो केवल शांति नहीं, हुण शांति को शक्ति में बदलना पवेगा। तो आप जी ने उस वेले मीरी ते पीरी दी 2 तलवारां पहनियां और हरमंदर साहब जी के सामने जिथे एक अखाड़े लग्या करते सन, मालक भुलदे कराया करते सन, उस जगह पर पहले कच्चा थड़ा बनाया गया, फिर उसी जगह के उत्ते एक पक्का थड़ा बनाया गया जिसका नाम अकाल तख्त साहिब रखा गया। और उस तख्त को बनाने लग्या सतगुरु जी ने किसी मिस्त्री को नहीं लाया, उत्थे बाबा बुढ़ा जी, भाई गुरदास जी अते आप नाल लग करके उस थड़े को तैयार किया गया। और गुरु साहब महाराज जी ने उत्थे ये गल दसी कि निमरता जिथे धर्म है उत्थे नाल नाल धर्म वड्डा होएगा, राजनीति उस तो 2 इंच छोटी होएगी। इसे करके सतगुरु जी ने जदों किरपाना पहनिया ना, जिहड़ी मीरी दी पहनी ते जिहड़ी पीरी दी पहनी, पीरी दी किरपान जिहड़ी सी वो 2 इंच वड्डी सी ते मीरी दी छोटी सी। उसदा कारण सी कि सतगुरु जी चाहते सन राजनीति धर्म के खेतर दे विच रहे, ये ना होवे धर्म तो उपर राजनीति चली जाए। सतगुरु जी ने जो अकाल तख्त साहब की सिरजना की तो उत्थे सतगुरु जी झटपट लोगों के फैसले जिहड़े सन कर दिया करते सन। तो दूरों दूरों आ करके जिहड़े उन्हां दे मुकदमे बड़े चिरां तो जिहड़े लंबेरे होंदे जांदे सन, सतगुरु जी की शरण आउंदे सन तो उस वेले उन्हां दा मुकदमा जिहड़ा होया करदा सी, उन्हां दा फैसला सतगुरु जी झटपट कर देंदे सन। और गुरु हरगोबिंद साहब महाराज जी ने उस वेले एक ऐलान किया संगतां नूं कि संगतां दे विच इह गल कही कि हुण इस गुरु घर नूं बचाउण वास्ते, भाव कि इहदी जिहड़ी धर्म की रखिया दे वास्ते इस नूं जिहड़ा है इहदी जिहड़ी 4 दीवारी है, जिहड़ी इहदी वाड़ है वो भी जिहड़ी है वो शक्ति दे नाल कीती जाएगी। तो आप जी ने एक ऐलान किया जितनियां भी संगतां ने वो साडे दरबार विच आउण, घोड़े चंगे लैके आउण, जवानियां भेंट करन और नाल नाल शस्त्र लैके आउण, साडी खुशी का पात्र बनणगे। उस वेले संगतां जिथे पहला वस्त्र आदि होर कुछ चढ़ाया करदियां सन, उत्थे नाल नाल शस्त्र अते घोड़े और जवानियां भेंट करते सन। और करते करते आप जी के सामने तकरीबन 52 गभरू जिहड़े सन, जिहड़े चंगे चोटी दे सन, वो आप जी के अंगरक्षक बन गए। वेखदियां वेखदियां कुछ होर पठान अते होर जिहड़े सिख सन, उन्होंने एको गल कही कि असी राज सत्ता दे सताए हुए हाँ, असी तुहाडी शरण विच आउणा चाहुंदे हां, सानूं तुहाडी सेवा करके खुशी मिलेगी, इस करके सानूं कुछ नहीं चाहिए। 6 महीनों बाद जिहड़ा है एक कुर्ता अते 2 वक्त की रोटी दाल फुलका दे देना, होर सानूं कुछ नहीं चाहिए, जिथे तुसीं कहोगे असीं उत्थे खड़न नूं तैयार हां। सतगुरु जी दे नाल हुण जिहड़ा है सतगुरु जी शिकार खेडदे ने, हुण बाज ते ताज दोनों ने। सतगुरु जी ने सैली टोपी भी जिहड़ी है परां रख दित्ती, उत्ते सतगुरु जी दस्तार सजांदे ने, मेरी पीरी दी 2 किरपानां पहनदे ने और तख्त वखरा कर लिया। और जिथे ये तख्त जिन्हां तख्तां दे उत्ते लोग बैठ करके कुछ समा नहाउंदे सन, पर सतगुरु जी ने अकाल का तख्त बना दिता भी इस तख्त नूं कोई ढा नहीं सकेगा, जिहड़ा इस नूं ढाण वास्ते आएगा वो अपनी कीती दा फल आप लैके जाएगा। सतगुरु जी ने उस वेले अकाल तख्त साहिब जी की सिरजना करके एक ऐसा उत्साह भर दिता सिख संगतां दे विच। और उस वेले ये गल्लां लाहौर के हाकम नूं चंगी ना लगियां, क्योंकि लाहौर का हाकम जिहड़ा सी थोड़ा जिहा
ਜਿਹੜਾ ਉਹ ਕੁਝ ਵਿਕਾਰੀ ਸੀ, ਤੇ ਇਸ ਕਰਕੇ ਉਸਨੇ ਕੋਈ ਧਿਆਨ ਨਾ ਦਿੱਤਾ। ਜਹਾਂਗੀਰ ਲਾਹੌਰ ਤੋਂ ਪਹਿਲਾਂ ਹੀ ਮੁੜ ਚੁੱਕਾ ਸੀ। ਉਸਨੇ ਜਦੋਂ ਵੇਖਿਆ ਖੁਸਰੋ ਦੀ ਬਗਾਵਤ ਹੋਈ, ਉਸ ਤੋਂ ਬਾਅਦ ਉਹ ਆਗਰੇ ਜਾ ਕਰਕੇ ਉਹਦੀ ਕੁਝ ਤਬੀਅਤ ਠੀਕ ਨਾ ਹੋਣ ਕਰਕੇ ਆਗਰੇ ਰਹਿਣ ਲੱਗ ਪਿਆ। ਉਸਨੇ ਪੰਜਾਬ ਵੱਲ ਕੋਈ ਖਾਸ ਧਿਆਨ ਨਾ ਦਿੱਤਾ। ਇੱਧਰੋਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਜਿਹੜਾ ਸੀ ਆਪਣੀ ਸ਼ਕਤੀ ਨੂੰ ਹੋਰ ਵਧਾਉਣਾ ਸ਼ੁਰੂ ਕਰ ਦਿੱਤਾ। ਕਈਆਂ ਨੇ ਬਹੁਤੀਆਂ ਗੱਲਾਂ ਕੀਤੀਆਂ ਕਿ ਸਤਿਗੁਰੂ ਜੀ ਨੇ ਸ਼ਾਂਤੀ ਦਾ ਰਾਹ ਛੱਡ ਕਰਕੇ ਜਿਹੜਾ ਹੈ ਇਹ ਜੋ ਬਹਾਦਰੀਆਂ ਵਾਲਾ ਜੋ ਇਹ ਸਿਪਾਹੀਆਂ ਵਾਲਾ ਵੇਸ ਬਣਾ ਲਿਆ ਹੈ, ਤੇ ਸਤਿਗੁਰੂ ਜੀ ਨੇ ਗੁਰੂ ਨਾਨਕ ਸਾਹਿਬ ਜੀ ਦੇ ਰਾਹ ਨੂੰ ਮੋੜ ਦਿੱਤਾ ਹੈ। ਪਰ ਕਿੰਨਾ ਗਮ ਵਰਗੇ ਜਿਹੜੇ ਵੱਡੇ ਵੱਡੇ ਜਿਹੜੇ ਪ੍ਰਚਾਰਕ ਸਨ, ਜਿਹੜੇ ਲਿਖਾਰੀ ਸਨ, ਉਹਨਾਂ ਨੇ ਕਿਹਾ ਕਿ ਇੱਕ ਟਰਨਿੰਗ ਮੋੜ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਦਿੱਤਾ ਸਿੱਖੀ ਦੇ ਵਿੱਚ। ਜਿੱਥੇ ਸਿੱਖੀ ਗੁਰੂ ਨਾਨਕ ਦੇਵ ਜੀ ਤੋਂ ਲੈ ਕਰਕੇ ਗੁਰੂ ਅਰਜਨ ਦੇਵ ਜੀ ਤੱਕ ਬਾਣੀ ਉਚਾਰ ਕਰਕੇ, ਸੈਲੀ ਟੋਪੀ ਪਾ ਕਰਕੇ ਜੋ ਸੰਗਤਾਂ ਨੂੰ, ਗੁਰਸਿੱਖਾਂ ਨੂੰ ਸ਼ਾਂਤੀ ਅਤੇ ਧਰਮ ਦਾ ਰਾਹ ਦੱਸੀਆਂ ਸਨ, ਅੱਜ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਸ਼ਕਤੀ ਤੇ ਭਗਤੀ ਦੋਨਾਂ ਦੀ ਲਹਿਰ ਚਲਾ ਦਿੱਤੀ। ਤਾਂ ਸਤਿਗੁਰੂ ਜੀ ਦੇ ਇਸ ਮੁਕਾਮ ਨੂੰ ਵੇਖ ਕਰਕੇ, ਇਸ ਸ਼ਕਤੀ ਪ੍ਰਦਰਸ਼ਨ ਨੂੰ ਵੇਖ ਕਰਕੇ ਹੁਣ ਜਹਾਂਗੀਰ ਦੇ ਕੰਨ ਭਰਨੇ ਸ਼ੁਰੂ ਹੋ ਗਏ। ਉੱਥੇ ਫਿਰ ਜਦੋਂ ਜਹਾਂਗੀਰ ਨੂੰ ਇਸ ਗੱਲ ਦਾ ਪਤਾ ਲੱਗਿਆ, ਉਸਨੇ ਸਭ ਤੋਂ ਪਹਿਲਾਂ ਜਿਹੜਾ ਉੱਥੋਂ ਦਾ ਨਵਾਬ ਸੀ ਉਸਨੂੰ ਬਦਲ ਕਰਕੇ ਉਹਦੀ ਜਗ੍ਹਾ ਤੇ ਮੁਰਤਜ਼ਾ ਖਾਨ ਨੂੰ ਭੇਜਿਆ। ਉਸਨੂੰ ਕਿਹਾ ਕਿ ਤੂੰ ਨਵਾਬੀ ਸੰਭਾਲ, ਪਰ ਪੰਜਾਬ ਸਭ ਕੁਝ ਤੈਨੂੰ ਜਾਗੀਰ ਵਜੋਂ ਦਿੱਤਾ ਜਾਂਦਾ ਹੈ, ਪਰ ਤੂੰ ਇੱਕ ਕੰਮ ਕਰ, ਤੂੰ ਉੱਥੋਂ ਦੀ ਜਿਹੜੀ ਬਗਾਵਤ ਹੈ ਉਸਨੂੰ ਤੂੰ ਉਹਨਾਂ ਦਾ ਉਸ ਬਗਾਵਤਾਂ ਨੂੰ ਤੂੰ ਦਬਾਉਣਾ ਹੈ। ਹੋਇਆ ਕਿ ਦੂਜੇ ਪਾਸੇ ਇਤਿਹਾਸਕਾਰ ਇੱਥੇ ਤੱਕ ਕਹਿੰਦੇ ਨੇ, ਕਈਆਂ ਨੇ ਇਹ ਲਿਖਿਆ ਕਿ ਜਹਾਂਗੀਰ ਨੂੰ ਜਿਹੜਾ ਸੀ ਇੱਕ ਰੋਗ ਹੋ ਗਿਆ, ਜਿਹਨੂੰ ਸਾੜ ਸਤੀ ਦਾ ਰੋਗ ਕਹਿੰਦੇ ਨੇ, ਕਿਉਂਕਿ ਉਹ ਵਿਕਾਰੀ ਬਹੁਤ ਜ਼ਿਆਦਾ ਸੀ, ਸ਼ਰਾਬ ਬਹੁਤ ਪੀਂਦਾ ਸੀ। ਸਾੜ ਸਤੀ ਦਾ ਰੋਗ ਹੋਣ ਕਰਕੇ ਉਸ ਨੂੰ ਕਿਹਾ ਗਿਆ ਕਿ ਤੂੰ ਕੋਈ ਇਸ ਤਰ੍ਹਾਂ ਦਾ ਜਿਹੜਾ ਹੈ, ਵੈਦ ਜਿਹੜੇ ਸਨ ਉਹਨੇ ਬਹੁਤ ਬੁਲਾਏ, ਪਰ ਉਹਨੇ ਕਿਹਾ ਕਿ ਕੋਈ ਇਸ ਤਰ੍ਹਾਂ ਦਾ ਤੇਰੇ ਬਾਰੇ ਕੋਈ ਅਰਦਾਸ ਕਰੇ, ਤੇਰੇ ਇਸ ਤੰਦਰੁਸਤੀ ਵਾਸਤੇ ਕੋਈ ਰੱਬ ਦੇ ਅੱਗੇ ਦੁਆ ਕਰੇ, ਪਹੁੰਚਿਆ ਹੋਇਆ ਇਨਸਾਨ, ਤਾਂ ਤੇਰਾ ਇਹ ਸਾੜ ਸਤੀ ਦਾ ਰੋਗ ਜਿਹੜਾ ਦੂਰ ਹੋ ਸਕਦਾ ਹੈ। ਪਰ ਕਾਰਨ ਇਹ ਨਹੀਂ, ਕਾਰਨ ਇਹ ਸੀ ਕਿ ਸਤਿਗੁਰੂ ਜੀ ਦੀ ਵਗਦੀ ਹੋਈ ਸ਼ਕਤੀ ਨੂੰ ਵੇਖ ਕਰਕੇ ਉਹ ਜਾਣ ਨਹੀਂ ਸਕਿਆ। ਉਸਨੇ ਬਹਾਨੇ ਦੇ ਨਾਲ ਜਿਹੜਾ ਹੈ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਗ੍ਰਿਫਤਾਰ ਕਰਵਾ ਲਿਆ। ਔਰ ਸਤਿਗੁਰੂ ਜੀ ਦੇ ਇਸ ਤਰ੍ਹਾਂ ਦੇ ਜਿਹੜੇ ਉਹਨਾਂ ਦੇ ਕਰਤੱਵ ਸਨ, ਸਭ ਤੋਂ ਪਹਿਲਾ ਕਾਰਨ ਇਹ ਬਣਿਆ, ਸਤਿਗੁਰੂ ਜੀ ਨੂੰ ਜਦੋਂ ਗ੍ਰਿਫਤਾਰ ਕਰਕੇ ਗਵਾਲੀਅਰ ਦੇ ਕਿਲੇ ਦੇ ਵਿੱਚ ਕੈਦ ਕੀਤਾ ਗਿਆ, ਤਾਂ ਉੱਥੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦਾ ਇੱਕ ਪਰਮ ਪਿਆਰਾ ਸੇਵਕ ਜਿਹੜਾ ਉਸ ਵੇਲੇ ਉਸ ਜੇਲ੍ਹਦਾਰ ਹੈ, ਉਹਦਾ ਨਾਮ ਭਾਈ ਹਰਦਾਸ ਜੀ ਹੈ। ਤੇ ਉਹਨਾਂ ਨੇ ਜਦੋਂ ਵੇਖਿਆ ਕਿ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ 6ਵੇਂ ਪਾਤਸ਼ਾਹ ਇਸ ਗਵਾਲੀਅਰ ਦੀ ਕੈਦ ਵਿੱਚ ਆਏ ਹਨ, ਤਾਂ ਉਸ ਵੇਲੇ ਉਸ ਜਗ੍ਹਾ ਦੇ ਉੱਤੇ, ਕਿਉਂਕਿ ਅਕਬਰ ਦੇ ਟਾਈਮ ਤੋਂ ਹੀ ਉਸ ਕਿਲੇ ਦੇ ਵਿੱਚ ਉਹਨਾਂ ਰਾਜਿਆਂ ਨੂੰ ਰੱਖਿਆ ਜਾਂਦਾ ਸੀ ਜਿਨ੍ਹਾਂ ਤੋਂ ਰਾਜ ਸੱਤਾ ਨੂੰ ਕੋਈ ਹਾਨੀ ਪਹੁੰਚਦੀ ਸੀ, ਜਾਂ ਉਹਨਾਂ ਨੂੰ ਡਰ ਲੱਗਦਾ ਸੀ ਕਿ ਇਹ ਸਾਨੂੰ ਕੋਈ ਨਾ ਕੋਈ ਘਾਟਾ ਦਿਵਾ ਸਕਦੇ ਨੇ। ਇਸ ਕਰਕੇ ਗਵਾਲੀਅਰ ਦੇ ਕਿਲੇ ਵਿੱਚ ਸਾਰੇ ਹੀ ਸ਼ਾਹੀ ਜਿਹੜੇ ਰਾਜੇ ਮਹਾਰਾਜੇ ਸਨ ਉਹਨਾਂ ਰੱਖਿਆ ਜਾਂਦਾ ਸੀ। ਔਰ ਅੱਜ ਤੱਕ ਗਵਾਲੀਅਰ ਦੇ ਕਿਲੇ ਦੇ ਵਿੱਚੋਂ ਕੋਈ ਜਿੰਦਾ ਨਹੀਂ ਸੀ ਆਇਆ। ਉਹਦਾ ਕਾਰਨ ਇਹ ਸੀ ਕਿ ਜਦੋਂ ਉਹਨਾਂ ਨੂੰ ਖੁਰਾਕ ਦਿੱਤੀ ਜਾਂਦੀ ਸੀ ਤੇ ਉਹਦੇ ਵਿੱਚ ਉਹਨਾਂ ਨੇ ਮਿੱਠਾ ਜ਼ਹਿਰ ਦਿੱਤਾ ਜਾਂਦਾ ਸੀ। ਜਦੋਂ ਭਾਈ ਹਰਦਾਸ ਜੀ ਨੂੰ ਪਤਾ ਲੱਗਿਆ, ਉਹਨਾਂ ਦੇ ਵਾਸਤੇ, ਸਤਿਗੁਰੂ ਜੀ ਦੇ ਵਾਸਤੇ ਇੱਕ ਚੋਲਾ ਜੋ ਕੈਦੀਆਂ ਦੀ ਇੱਕ ਵਰਦੀ ਹੋਇਆ ਕਰਦੀ ਦਿੱਤੀ ਗਈ, ਪਰ ਭਾਈ ਹਰਦਾਸ ਜੀ ਨੇ ਮਨਾ ਕਰ ਦਿੱਤਾ ਕਿ ਸਤਿਗੁਰੂ ਜੀ ਇੱਕ ਤੇ ਇਹ ਚੋਲਾ ਨਹੀਂ ਪਾਉਣਾ, ਤੇ ਦੂਸਰਾ ਤੁਸੀਂ ਇੱਥੋਂ ਦਾ ਖਾਣਾ ਨਹੀਂ ਖਾਣਾ, ਤੁਸੀਂ ਇਹ ਖਾਣਾ ਤੁਸੀਂ ਨਹੀਂ ਖਾਓਗੇ, ਤੁਹਾਡੇ ਵਾਸਤੇ ਮੈਂ ਆਪਣੇ ਹੱਥੀਂ ਖਾਣਾ ਬਣਾ ਕੇ ਲਿਆਵਾਂਗਾ। ਉਹ ਸੇਵਾ ਕਰਦਾ ਹੈ। ਪਰ ਇਤਿਹਾਸਕਾਰ ਇੱਥੇ ਤੱਕ ਦੱਸਦੇ ਨੇ ਕਿ ਕੁਝ ਸਮੇਂ ਬਾਅਦ ਗੁਰਸਿੱਖ ਜਦੋਂ ਆਏ, ਉਹਨਾਂ ਨੇ ਵੇਖਿਆ ਵੀ ਇੱਥੇ ਆਹ ਚੀਜ਼ ਹੈ, ਇੱਥੇ ਲੋਕਾਂ ਨੂੰ, ਇੱਥੇ ਜਿਹੜੇ ਰਾਜੇ ਮਹਾਰਾਜਿਆਂ ਨੂੰ ਜਿਹੜਾ ਹੈ ਖਾਣੇ ਦੇ ਵਿੱਚ ਜ਼ਹਿਰ ਦਿੱਤਾ ਜਾਂਦਾ ਹੈ।
उन्होंने कहा सतगुरु जी कृपा करो, असी शहर दे विच जावांगे, असी उत्थे दिहाड़ी करांगे, असी जो भी कमा करके लियावांगे, इत्थे सारिਆਂ ਨੂੰ ਵਰਤਾਇਆ ਜਾਵੇਗਾ, लंगर चलाया जाएगा। तो वो उत्थे मेहनत मजदूरी करिया करते सन। शामां नूं जिहड़ा है अपनी मेहनत मजदूरी का जो भी उन्होंने प्राप्त होंदा सी, राशन लै करके जेल विच जांदे सन, जिथे राजियां नूं भी खाण नूं वधिया मिल जांदा सी। ते जदों राजियां नूं ਜ਼ਹਿਰ ਤੋਂ ਅਲੱਗਾ ਜਦੋਂ ਮਿਲਣਾ ਸ਼ੁਰੂ ਹੋ ਗਿਆ, ਉਹਨਾਂ ਦੀ ਉਸ ਹਾਲਤ ਦੇ ਵਿੱਚ ਸੁਧਾਰ ਹੋਣਾ ਸ਼ੁਰੂ ਹੋ ਗਿਆ। ਕਈ ਮਹੀਨੇ ਤੱਕ ਉਹ ਨਹੀਂ ਸੀ ਨਾ ਸਕਦੇ, ਉਹਨਾਂ ਦੇ ਮਲ ਮੂਤਰ ਵੀ ਕਈ ਵਾਰੀ ਉੱਥੇ ਹੀ ਹੋਇਆ ਕਰਦਾ ਸੀ, ਔਰ ਵੱਡੀਆਂ ਬੇੜੀਆਂ ਪਾ ਕਰਕੇ ਉਹਨਾਂ ਰਾਜਿਆਂ ਨੂੰ ਰੱਖਿਆ ਜਾਂਦਾ ਸੀ, ਜਿਨ੍ਹਾਂ ਦੀ ਨਰਕ ਵਰਗੀ ਜ਼ਿੰਦਗੀ ਸੀ। ਦੂਜੇ ਪਾਸੇ ਜ਼ਹਿਰ ਅੰਦਰ ਜਾਣ ਦੇ ਨਾਲ ਉਹਨਾਂ ਦੇ ਅੰਦਰ ਜਿਹੜੇ ਕਈ ਪਾਰਟ ਸਨ, ਉਹਨਾਂ ਦੇ ਨਹੀਂ ਸੀ ਕੰਮ ਕਰਦੇ। ਇਹ ਹਾਲਤ ਉਹਨਾਂ ਦੀ ਸੀ। ਜਦੋਂ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਉੱਥੇ ਗਏ, ਉੱਥੇ ਨਾਮ ਸਿਮਰਨ ਹੋਇਆ, ਉੱਥੇ ਚੰਗੀਆਂ ਵਿਚਾਰਾਂ ਹੋਈਆਂ, ਔਰ ਉਸ ਗਵਾਲੀਅਰ ਦੇ ਕਿਲੇ ਦਾ ਮਾਹੌਲ ਹੀ ਚੇਂਜ ਹੋ ਗਿਆ। ਦੂਜੇ ਪਾਸੇ ਭਾਈ ਹਰਦਾਸ ਜੀ ਨੇ ਬਹੁਤ ਸੇਵਾ ਕੀਤੀ ਆਪ ਜੀ ਦੀ, ਔਰ ਆਪ ਜੀਆਂ ਨੇ ਉੱਥੇ ਉਹਨਾਂ ਨੂੰ ਸੱਚ ਦਾ ਸੰਦੇਸ਼ ਦਿੱਤਾ। ਹੁਣ ਆਪਾਂ ਗੱਲ ਕਰੀਏ, ਜਦੋਂ ਨੂਰ ਜਹਾਂ ਜਿਹੜੀ ਕਿ ਜਹਾਂਗੀਰ ਦੇ ਨਾਲ ਵਿਆਹੀ ਜਾ ਚੁੱਕੀ ਸੀ, ਔਰ ਉਹ ਜਿਹੜੀ ਹੈ ਸਾਈਂ ਮੀਆਂ ਮੀਰ ਦੀ ਬਹੁਤ ਵੱਡੀ ਮੁਰੀਦ ਸੀ, ਔਰ ਸਾਈਂ ਮੀਆਂ ਮੀਰ ਜਿਹੜੇ ਸਨ ਉਹ ਇਸ ਮੁਸਲਮਾਨੀ ਰਾਜ ਦੇ ਵਿੱਚ ਇੱਕ ਬਹੁਤ ਵੱਡਾ ਜਿਹੜਾ ਸੀ ਅਹੁਦਾ ਰੱਖਦੇ ਸਨ। ਜਦੋਂ ਜਹਾਂਗੀਰ ਦੀ ਹਾਲਤ ਦੇ ਵਿੱਚ ਕੋਈ ਪਰਿਵਰਤਨ ਨਾ ਆਇਆ, ਉਸ ਵੇਲੇ ਨੂਰ ਜਹਾਂ ਨੇ ਜਦੋਂ ਉਹਨਾਂ ਨੂੰ ਪਤਾ ਲੱਗਿਆ ਵੀ ਗਵਾਲੀਅਰ ਦੇ ਕਿਲੇ ਦੇ ਵਿੱਚ ਸਤਿਗੁਰੂ ਜੀ ਨੂੰ ਕੈਦ ਕੀਤਾ ਹੋਇਆ, ਉਸ ਵੇਲੇ ਸਾਈਂ ਮੀਆਂ ਮੀਰ ਜੀ ਚੱਲ ਕਰਕੇ ਦਿੱਲੀ ਦੀ ਧਰਤੀ ਤੇ ਆਏ, ਆ ਕਰਕੇ ਨੂਰ ਜਹਾਂ ਦੇ ਨਾਲ ਮਿਲੇ। ਜਦੋਂ ਜਹਾਂਗੀਰ ਦੇ ਨਾਲ ਮਿਲਾਪ ਕੀਤਾ ਗਿਆ ਤੇ ਉਸ ਨੇ ਕਿਹਾ ਕਿਰਪਾ ਕਰੋ, ਮੇਰੇ ਬਾਰੇ ਦੁਆ ਕਰੋ, ਮੇਰੀ ਤੰਦਰੁਸਤੀ ਹੋ ਜਾਵੇ। ਉਹ ਕਹਿਣ ਲੱਗੇ ਰੱਬ ਦੇ ਬੰਦਿਆਂ ਨੂੰ ਕੈਦ ਕਰਕੇ ਨਹੀਂ ਰੱਖਿਆ ਜਾ ਸਕਦਾ, ਉਸ ਦਾ ਹੀ ਪ੍ਰਭਾਵ ਤੇਰੇ ਸਰੀਰ ਤੇ ਪੈ ਰਿਹਾ, ਤੂੰ ਦੁੱਖਾਂ ਦਾ ਕਾਰਨ ਤੇਰਾ ਬਣ ਰਿਹਾ, ਤੂੰ ਉਹਨਾਂ ਨੂੰ ਜਿਹੜਾ ਹੈ ਉਸ ਜੇਲ੍ਹ ਵਿੱਚੋਂ ਤੈਨੂੰ ਮੁਕਤ ਕਰਨਾ ਪਏਗਾ। ਤਾਂ ਉਸ ਵੇਲੇ ਜਹਾਂਗੀਰ ਨੇ ਸਾਈਂ ਮੀਆਂ ਮੀਰ ਤੇ ਨੂਰ ਜਹਾਂ ਦੀ ਜਿਹੜੀ ਹੈ ਗੱਲ ਮੰਨੀ, ਤੇ ਉਸ ਵੇਲੇ ਸੁਨੇਹਾ ਪਹੁੰਚਾਇਆ ਕਿ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਜਿਹੜਾ ਹੈ ਛੱਡ ਦਿੱਤਾ ਜਾਏ। ਪਰ ਇੱਥੇ ਇੱਕ ਗੱਲ ਹੋਰ ਵਿਚਾਰਨਯੋਗ ਹੈ, ਜਿਹੜਾ ਮੇਨ ਪਾਰਟ ਜਿਹੜਾ ਬਾਬਾ ਬੁੱਢਾ ਜੀ ਨੇ ਨਿਭਾਇਆ, ਉਸ ਗੱਲ ਨੂੰ ਵੀ ਅੱਖ ਤੋਂ ਪਰੋਖੇ ਨਹੀਂ ਕੀਤਾ ਜਾ ਸਕਦਾ। ਕਿਉਂਕਿ ਜਦੋਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਸੰਧੂ ਸਾਹਿਬ, ਜਿਨ੍ਹਾਂ ਦਾ ਸਾਈਂ ਦਾਸ ਜੀ ਨਾਮ ਹੈ, ਉਹਨਾਂ ਦੇ ਗ੍ਰਹਿ ਵਿਖੇ ਮਾਲਵੇ ਦੇ ਵਿੱਚ ਜਦੋਂ ਗਏ ਹੋਏ ਸਨ, ਤਾਂ ਕਾਫੀ ਸਮਾਂ ਆਪ ਜੀ ਉੱਥੇ ਰਹੇ। ਤੇ ਪਿੱਛੇ ਬਾਬਾ ਬੁੱਢਾ ਜੀ ਨੇ ਜਦੋਂ ਸਤਿਗੁਰੂ ਜੀ ਨੂੰ ਸੰਦੇਸ਼ਾ ਭਿਜਵਾਇਆ ਕਿ ਸਤਿਗੁਰੂ ਜੀ ਸੰਗਤਾਂ ਬੜੀਆਂ ਵਿਆਕੁਲ ਨੇ, ਬਹਿਬਲ ਨੇ ਤੁਹਾਡੇ ਦਰਸ਼ਨ ਵਾਸਤੇ, ਤੁਸੀਂ ਕਿਰਪਾ ਕਰੋ ਆ ਕੇ ਅੰਮ੍ਰਿਤਸਰ ਦੀ ਧਰਤੀ ਤੇ ਦਰਸ਼ਨ ਦਿਓ। ਤਾਂ ਸਤਿਗੁਰੂ ਜੀ ਨੇ ਉਸ ਵੇਲੇ ਬਾਬਾ ਬੁੱਢਾ ਜੀ ਨੂੰ ਇੱਕ ਸੰਦੇਸ਼ਾ ਭਿਜਵਾਇਆ ਕਿ ਤੁਸੀਂ ਨਾਮ ਬਾਣੀ ਦੇ ਨਾਲ ਜੋੜੋ, ਨਾਮ ਬਾਣੀ ਦੀ ਚੌਕੀ ਭਰੋ, ਤੇ ਉਹਦੇ ਨਾਲ ਤੁਹਾਨੂੰ ਸੰਗਤਾਂ ਨੂੰ ਸਾਰਿਆਂ ਨੂੰ ਸਾਡੇ ਦਰਸ਼ਨ ਹੋਣਗੇ। ਬਾਬਾ ਬੁੱਢਾ ਜੀ ਨੇ 7 ਬਚਨ ਕਹਿ ਕੇ ਗੁਰੂ ਸਾਹਿਬ ਜੀ ਦੇ ਪਾਵਨ ਬਾਣੀ ਦੇ ਸ਼ਬਦ ਗਾ ਕਰਕੇ ਚੌਕੀ ਭਰੀ। ਔਰ ਜਿਹੜੀ ਅੱਜ ਆਪਾਂ ਪਰਿਕਰਮਾ ਦੇਖਦੇ ਹਾਂ ਸ਼੍ਰੀ ਹਰਿਮੰਦਰ ਸਾਹਿਬ ਜੀ ਦੇ ਚਾਰੋਂ ਤਰਫ, ਉੱਥੇ ਸਾਰਾ ਘੁੰਮ ਕਰਕੇ ਤੇ ਬਾਅਦ ਵਿੱਚ ਹਰਿਮੰਦਰ ਸਾਹਿਬ ਮੱਥਾ ਟੇਕ ਕਰਕੇ ਸਤਿਗੁਰੂ ਜੀ ਦੇ ਅੱਗੇ ਅਰਦਾਸ ਕੀਤੀ ਜਾਂਦੀ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਹੋਇਆ ਕਰਦਾ ਸੀ, ਉੱਥੇ ਸਤਿਗੁਰੂ ਜੀ ਦੇ ਸਾਹਮਣੇ ਅਰਦਾਸ ਕਰਕੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਰਸ਼ਨ ਜਿਹੜੇ ਸਨ ਉਹ ਮਨ ਕਰਕੇ ਕੀਤੇ ਜਾਂਦੇ ਸਨ। ਹੁਣ ਇਹ ਜਿਹੜੀ ਪ੍ਰਪਰਟੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਪਾਈ, ਤੇ ਅੱਜ ਜਦੋਂ ਗੁਰੂ ਹਰਗੋਬਿੰਦ ਸਾਹਿਬ ਗਵਾਲੀਅਰ ਦੇ ਕਿਲੇ ਵਿੱਚ ਹਨ, ਕਈਆਂ ਨੇ 2 ਸਾਲ 2.5 ਸਾਲ, ਕਈਆਂ ਨੇ 5 ਸਾਲ ਲਿਖਿਆ, ਤਾਂ ਅੱਜ ਬਾਬਾ ਬੁੱਢਾ ਜੀ ਨੂੰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਦਰਸ਼ਨਾਂ ਦੀ ਤਾਂਘ ਤੇ ਸੰਗਤਾਂ ਦੇ ਬਹਿਬਲ ਹੋਣ ਦੀ ਜਦੋਂ ਆਵਾਜ਼ ਕੰਨ 'ਚ ਪਈ, ਤੇ ਆਪ ਜੀ ਨੇ ਅੱਜ ਇੱਕ ਚੌਂਕੀ ਕੱਢੀ।
ਉਹ ਅੰਮ੍ਰਿਤਸਰ ਦੇ ਨਗਰ ਦੇ ਵਿੱਚ ਜਾ ਕਰਕੇ ਉਹ ਚੌਕੀਆਂ ਕੱਢੀਆਂ ਗਈਆਂ। ਔਰ ਚੌਕੀ ਦਾ ਭਾਵ ਜਿਹੜਾ ਹੋਇਆ ਕਰਦਾ ਹੈ, ਚੌਕੀ ਜਿਹੜੀ ਹੈ ਉਹ ਚਾਰ ਬੰਦਿਆਂ ਦੇ ਮਿਲਾਪ ਨੂੰ ਚੌਕੀ ਕਹਿੰਦੇ ਨੇ। ਔਰ ਚੌਕੀ ਦਾ ਭਾਵ ਹੋਇਆ ਕਰਦਾ ਜਿੱਥੋਂ ਆਪਾਂ ਕਹਿ ਦਈਏ ਵੀ ਚੌਕਸ, ਚੌਕੀਦਾਰੀ ਕਰਨੀ, ਸੁਚੇਤ ਕਰਨਾ। ਔਰ ਇੱਕ ਚੌਕੀ ਬਾਬਾ ਬੁੱਢਾ ਜੀ ਨੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਜਦੋਂ ਮਾਲਵੇ ਗਏ ਉਦੋਂ ਕੱਢੀ। ਔਰ ਇੱਕ ਚੌਕੀ ਅੱਜ ਨਗਰ ਦੇ ਵਿੱਚ ਫਿਰ ਕਰਕੇ ਸੰਗਤਾਂ ਦੇ ਨਾਲ ਸਤਿਗੁਰੂ ਬਾਬਾ ਬੁੱਢਾ ਜੀ ਸਤਿਗੁਰੂ ਜੀ ਦੇ ਪਾਵਨ ਸ਼ਬਦ ਗਾ ਕਰਕੇ ਚੌਕੀ ਕੱਢ ਰਹੇ ਨੇ, ਸੰਗਤਾਂ ਨੂੰ ਗੁਰੂ ਸਾਹਿਬ ਜੀ ਦੇ ਨਾਲ ਜੋੜ ਰਹੇ ਨੇ। ਇੱਕ ਚੌਕੀ ਆਪਾਂ ਵੇਖਦੇ ਹਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਟਾਈਮ ਤੇ ਸੱਤਾ ਬਲਵੰਡ ਦੇ ਟਾਈਮ ਤੇ ਜਦੋਂ ਉਹ ਕੀਰਤਨ ਕਰਿਆ ਕਰਦੇ ਸਨ, ਉਸ ਵੇਲੇ ਇੱਕ ਚੌਕੀ ਆਸਾ ਜੀ ਕੀ ਵਾਰ ਕੀ ਚੌਕੀ ਪੜੀ ਜਾਂਦੀ ਅੱਜ ਵੀ। ਫਿਰ ਉਸ ਤੋਂ ਬਾਅਦ ਚਰਨ ਕਮਲ ਦੀ ਚੌਕੀ ਪੜੀ ਜਾਂਦੀ ਹੈ, ਫਿਰ ਬਿਲਾਵਲ ਦੀ ਚੌਕੀ ਲੱਗਦੀ ਹੈ, ਤੇ ਫਿਰ ਕਲਿਆਣ, ਤੇ ਫਿਰ ਸ਼ਾਮ ਨੂੰ ਸੋਦਰ ਦੀ ਚੌਕੀ। ਇਹ ਇੱਕ ਚੌਕੀ, ਇਹ ਵੀ ਚੌਕੀਆਂ ਸਨ। ਤੇ ਇੱਕ ਜਿਹੜੇ ਆਪਾਂ ਵੇਖਦੇ ਹਾਂ ਵੀ ਜਿਹੜੇ ਆਪਣੇ ਆਪ ਨੂੰ ਸਿਆਣੇ ਕਹਿੰਦੇ ਨੇ, ਜਿਹੜੇ ਪਖੰਡੀ ਬਾਬੇ, ਉਹ ਕਹਿੰਦੇ ਨੇ ਸਾਨੂੰ ਵੀ ਚੌਕੀ ਆਉਂਦੀ ਹੈ ਬਾਬਾ ਦੀਪ ਸਿੰਘ ਜੀ ਦੀ, ਸਾਨੂੰ ਵੀ ਚੌਕੀ ਆਉਂਦੀ ਹੈ ਫਲਾਣੇ ਕਿਸੇ ਜਿੰਨ ਭੂਤ ਦੇ, ਉਹ ਵੀ ਆਪਣੇ ਵੱਲੋਂ ਜਿਹੜਾ ਹੈ ਚੌਕੀ ਪਾਉਂਦੇ ਨੇ। ਪਰ ਜਿਹੜੀ ਅਸਲੀ ਚੌਕੀ ਹੈ ਨਾ, ਉਹ ਹੈ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਜਦੋਂ ਆਸਾ ਜੀ ਕੀ ਵਾਰ ਦੀ ਚੌਕੀ, ਚਰਨ ਕਮਲ ਦੀ ਚੌਕੀ, ਬਿਲਾਵਲ ਦੀ ਚੌਕੀ, ਕਲਿਆਣ ਦੀ ਚੌਕੀ, ਸ਼ਾਮ ਨੂੰ ਸੋਦਰ ਕੀ ਚੌਕੀ, ਇਹ ਚੌਕੀਆਂ ਸਨ। ਤੇ ਬਾਬਾ ਬੁੱਢਾ ਜੀ ਨੇ ਅੱਜ ਜਿਹੜੀ ਚੌਕੀ ਕੱਢੀ ਉਹ ਹੈਰਾਨ ਕਰਨ ਵਾਲੀ ਸੀ। ਬਾਬਾ ਬੁੱਢਾ ਜੀ ਨੇ ਕੁਝ ਗੁਰਸਿੱਖ ਸੰਗਤਾਂ ਨੂੰ ਨਾਲ ਲੈ ਕਰਕੇ 105 ਸਾਲ ਦੀ ਉਮਰ ਦੇ ਵਿੱਚ ਪੰਜਾਬ ਦੀ ਧਰਤੀ ਤੋਂ ਚੌਕੀ ਕੱਢੀ ਤੇ ਅੱਜ ਗਵਾਲੀਅਰ ਦੇ ਕਿਲੇ ਤੇ ਪਹੁੰਚੇ ਹਾਂ। ਤੁਸੀਂ ਸੋਚ ਕੇ ਵੇਖੋ, 105 ਸਾਲ ਦੀ ਉਮਰ ਬਾਬਾ ਬੁੱਢਾ ਜੀ ਦੀ, ਔਰ ਪੈਦਲ ਤੁਰ ਕਰਕੇ ਉੱਥੇ ਪਹੁੰਚੇ ਹਨ। ਤੇ ਉੱਥੇ ਜਾ ਕਰਕੇ ਜਿਹੜਾ ਮੇਨ ਗੇਟ, ਪਹਿਲਾਂ ਤਾਂ ਉਹਨਾਂ ਨੇ ਉੱਥੇ ਪਰਿਕਰਮਾ ਕੀਤੀਆਂ ਪੂਰੇ ਕਿਲੇ ਦੀਆਂ। ਦਾਸ ਨੇ ਉਸ ਕਿਲੇ ਨੂੰ ਵੇਖਿਆ। ਬੰਦਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਉਸ ਕਿਲੇ ਨੂੰ ਵੇਖਦਾ ਰਹੇ ਨਾ ਤੇ ਪੂਰਾ ਨਹੀਂ ਵੇਖ ਸਕਦਾ, ਇੰਨਾ ਵੱਡਾ ਕਿਲਾ ਹੈ। ਉਸ ਕਿਲੇ ਦੀਆਂ ਪਰਿਕਰਮਾ ਕਰਨ ਤੋਂ ਬਾਅਦ ਮੇਨ ਗੇਟ ਤੇ ਜਾ ਕਰਕੇ ਬਾਬਾ ਬੁੱਢਾ ਜੀ ਨੇ ਜਦੋਂ ਉੱਥੇ ਨਕ ਨਮਸਤਕ ਕੀਤਾ ਸਤਿਗੁਰੂ ਜੀ ਦੇ ਅੱਗੇ, ਤੇ ਭਾਈ ਹਰਦਾਸ ਨੇ ਪੁੱਛਿਆ ਵੀ ਬਾਬਾ ਜੀ ਇਤਨੀ ਉਮਰ ਔਰ ਇਸ ਤਰ੍ਹਾਂ ਦਾ ਆਪ ਜੀ ਦੀ ਕੰਡੀਸ਼ਨ ਕਿੱਥੋਂ ਆਈ ਹੋ, ਕਿਹਨੂੰ ਮਿਲਣਾ? ਕਹਿਣ ਲੱਗੇ ਵੀ ਮੈਂ ਪੰਜਾਬ ਦੀ ਧਰਤੀ ਤੋਂ ਆਇਆ, ਮੈਂ ਆਪਣੇ ਸਤਿਗੁਰਾਂ ਦੇ ਦਰਸ਼ਨ ਕਰਨ ਵਾਸਤੇ ਆਇਆ। ਬਾਬਾ ਬੁੱਢਾ ਜੀ ਦੀ ਗੱਲ ਸੁਣ ਕੇ ਭਾਈ ਹਰਦਾਸ ਜੀ ਕਹਿਣ ਲੱਗੇ ਕਿ ਕਿਤਨਾ ਅਥਾਹ ਪਿਆਰ ਹੈ ਤੁਹਾਡੇ ਵਿੱਚ, ਔਰ ਗੁਰੂ ਨਾਨਕ ਦੀ ਸਿੱਖੀ ਜਿਹੜੀ ਹੈ ਕਿੰਨੀ ਪ੍ਰਫੁੱਲਤ ਹੈ, ਜੋ ਅੱਜ 105 ਸਾਲ ਦਾ ਇਨਸਾਨ ਪੰਜਾਬ ਦੀ ਧਰਤੀ ਤੋਂ ਚੱਲ ਕੇ ਇੱਥੇ ਆਇਆ। ਤਾਂ ਬਾਬਾ ਬੁੱਢਾ ਜੀ ਨੇ ਉਸ ਵੇਲੇ ਸਤਿਗੁਰੂ ਜੀ ਦੇ ਅੱਗੇ ਖਲੋ ਕਰਕੇ ਅਰਦਾਸ ਕੀਤੀ, ਸਤਿਗੁਰੂ ਜੀ ਤੁਸੀਂ ਤੇ, ਤੁਹਾਨੂੰ ਕੌਣ ਕੈਦ ਕਰ ਸਕਦਾ, ਤੁਸੀਂ ਤੇ ਆਪ ਬੰਧਨਾਂ ਤੋਂ ਛੁਡਾਉਣ ਵਾਲੇ ਹੋ। ਆਪਾਂ ਪੜ੍ਹਨੇ ਸਿਮਰ ਮਨਾ ਰਾਮ ਨਾਮ ਚਿਤਾਰੇ, ਬਸ ਰਹੇ ਹਿਰਦੈ ਗੁਰੂ ਚਰਨ ਪਿਆਰੇ। ਸਤਿਗੁਰੂ ਜੀ ਦੇ ਚਰਨ ਜਿਹੜੇ ਨੇ ਉਹ ਜਿਹਦੇ ਹਿਰਦੇ ਵਿੱਚ ਵਸ ਜਾਣ, ਉਹਦੇ ਅੰਦਰ ਤਾਂ ਫਿਰ ਕਿਸੇ ਚੀਜ਼ ਦਾ ਬੰਧਨ ਨਹੀਂ ਰਹਿ ਜਾਂਦਾ। ਕਾਮ ਕ੍ਰੋਧ ਲੋਭ ਮੋਹ ਮਨ ਲੀਨਾ, ਬੰਧਨ ਕਾਟ ਮੁਕਤ ਗੁਰ ਕੀਨਾ। ਜਿਹੜਾ ਗੁਰੂ ਬੰਧਨਾਂ ਤੋਂ ਛੁਡਾਉਣ ਵਾਲਾ ਹੋਵੇ ਉਹਨੂੰ ਕੌਣ ਬੰਧਨ ਵਿੱਚ ਰੱਖ ਸਕਦਾ? ਤੁਸੀਂ ਕਿਰਪਾ ਕਰੋ, ਇਹਨਾਂ ਬੰਧਨਾਂ ਤੋਂ ਛੁੱਟ ਕਰਕੇ ਤੁਸੀਂ ਸੰਗਤਾਂ ਨੂੰ ਆ ਕੇ ਦਰਸ਼ਨ ਦਿਓ। ਪਰ ਇੱਕ ਗੱਲ ਧਿਆਨ ਰੱਖਣਾ ਸਾਧ ਸੰਗਤ ਜੀ, ਗੁਰੂ ਨੂੰ ਕੋਈ ਬੰਦੀ ਨਹੀਂ ਬਣਾ ਸਕਦਾ। ਗੁਰੂ ਤੇ ਇੱਕ ਕੇਵਲ ਤਾਂ ਕੇਵਲ ਆਪਣੇ ਗੁਰਸਿੱਖ ਨੂੰ ਸਹੀ ਮਾਰਗ ਦਰਸਾਉਣ ਵਾਸਤੇ ਹੀ ਇਸ ਤਰ੍ਹਾਂ ਦੀਆਂ ਜਿਹੜੀਆਂ ਨੇ ਘਾਟਾਂ ਕੱਢਦਾ। ਗੁਰੂ ਨੂੰ ਕੋਈ ਬੰਦੀ ਨਹੀਂ ਬਣਾ ਸਕਦਾ। ਔਰ ਗੁਰੂ ਜਿਹੜਾ ਹੈ ਉਹ ਹਮੇਸ਼ਾ ਹੀ ਮੁਕਤ ਹੁੰਦਾ ਹੈ ਔਰ ਆਜ਼ਾਦ ਹੁੰਦਾ ਹੈ। ਗੁਰੂ ਦੀ ਆਜ਼ਾਦੀ ਹੀ ਸਾਨੂੰ ਆਜ਼ਾਦੀ ਦਾ ਸੰਦੇਸ਼ ਦਿੰਦੀ ਹੈ। ਤੁਸੀਂ ਸੋਚ ਕੇ ਵੇਖੋ, ਜਦੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਬਾਬਰ ਦੀ ਜੇਲ੍ਹ ਵਿੱਚ ਸਨ, ਇਤਿਹਾਸਕਾਰ ਲਿਖਦੇ ਨੇ
कि बाबर ज़्यादा देर तक टिक नहीं सी सकिया, तो आ करके सतगुरु जी चरणों में ढह पिया सी कि सतगुरु जी मेरे तो भुल हो गई। अज जो गुरु हरगोबिंद साहब महाराज जी ने, क्योंकि सतगुरु जी उत्थे उन्होंने राजे महाराजियां दी अरदासां सुन के गए सन, उन्होंने बाइबलता सुन के गए सन, तो अज जो सतगुरु जी के सामने गुरु बाबा बुढ़ा जी ने जो अरदास की तो उस वेले कला वरताई, बाबा बुढ़ा जी की अरदास प्रवान हुई, तो दूजे पासे साईं मियाँ मीर ने जहांगीर की ताड़ना की, तो संदेश आया कि गुरु हरगोबिंद साहब जी को जिहड़ा है उन्होंने छड़ दिता जाए। पर सतगुरु जी ने जो छड्डण की गल की, तो राजे जिहड़े सन वो सतगुरु जी के चरणों से निशावर हो गए, कह लगे सतगुरु जी सुनिया है गुरु नानक की सिੱਖੀ जिहड़ा धारण करता है शब्द नाल जुड़ता है, ਉਹਦੇ ਵਿਕਾਰਾਂ ਦੇ ਬੰਧਨ ਜੀਵਨ ਮੁਕਤ ਉਹਨਾਂ ਦਾ ਹੋ ਜਾਂਦਾ ਹੈ, ਪਰ ਅਸੀਂ ਤਾਂ ਇਸ ਸਰੀਰ ਵਿੱਚ ਆ, ਸਾਨੂੰ ਆ ਛੋਟੀ ਜੀ ਕੋਠੜੀ ਦੇ ਵਿੱਚੋਂ ਹੀ ਕੱਢ ਦਿਓ ਬਾਹਰ, ਕਿਰਪਾ ਕਰੋ ਤੁਸੀਂ ਤੇ ਮੁਕਤ ਕਰਨ ਵਾਲੇ ਹੋ। ਤੇ ਸਤਿਗੁਰੂ ਜੀ ਨੇ ਉਸ ਵੇਲੇ ਜਿਹੜਾ ਸੰਦੇਸ਼ਾ ਲੈ ਕੇ ਆਇਆ ਸੀ ਉਸ ਨੂੰ ਇੱਕ ਗੱਲ ਕਹੀ ਕਿ ਇਸ ਤਰ੍ਹਾਂ ਅਸੀਂ ਨਹੀਂ ਜਾਣਾ, ਜਦੋਂ ਤੱਕ ਇਹਨਾਂ ਨੂੰ ਵੀ ਰਿਹਾ ਨਹੀਂ ਕੀਤਾ ਜਾਂਦਾ ਅਸੀਂ नहीं जावांगे। हुण जहांगीर ने एक चाल फिर खेडी, उसने कह दिता कि सतगुरु जी की जितनियां कलियां ने चोले दियां उन्नियां पकड़ के बाहर आ जाण ते असीं उन्ने को जिहड़े ने राजे असीं छड्ड देवांगे। ते उहदा ख्याल सी कि जद ज़्यादा नहीं आणगे, क्योंकि जिहड़ा भी कली पकड़ेगा एक दूजे नूं धक्का मारेगा और एक दूजे दे लड़ के आपस दे विच ही जिहड़े है पिछे हट जाणगे, मेरा काम ही हो जाएगा। उसने अपने मनों चाल सोची, पर होया कि सतगुरु गुरु हरगोबिंद साहब महाराज ने भाई हरदास जी को कह करके 52 कलियां वाला चोला जिहड़ा सवा करके पहनिया, ते 52 कलियां दे नाल 52 राजे छुड़ा के बाहर लिआंदे। और उस जेल दे विच एक गल होर ध्यान दी रखण वाली, जो मैं पहलां गल कीती भी उस जेल दे विच कोई जेब कतरे जां कोई होर तरह के कैदी नहीं सी रखे जाते, उहदे विच केवल तां केवल राजसी कैदी रखे जाते सन। इस करके उहदे विच 22 तार जिहड़े ये 52 राजे सन, ये हिंदू राजे, इन्हां सारियां नूं कढ के सतगुरु जी बाहर लिया। जदों बाहर आए उस तो बाद जदों आप जी पंजाब की धरती ते पहुँचते हैं तो उत्थे इतिहासकार कहते हैं कि दीपमाला की गई और सतगुरु जी के आण दे विच पूरे नगर दे विच दीपमाला करके सतगुरु जी का स्वागत किया गया। तो सतगुरु जी ने उस वेले उत्थे आकर के संगतां नूं सच का उपदेश दिता। ताही भाई गुरदास जी कह रहे हैं, आमन की साधकत मिटत आंबली खाए, पिता को प्यार ना पड़ोसी पे पाइए। पिता का प्यार कोई पड़ोसी नहीं दे सकता, तो अंब की सदर जिहड़ी है वो कोई अंबी पूरी नहीं कर सकती। सागर की नित कत पाइयत पोखर से, जिहड़ा सागर दे विच कीमती रतन हैं वो किसी छप्पड़ में नहीं मिल सकते। इस तरह दिन कर सर दीप जोत ना बुझाइए, इस तरह एक दीवे दे नाल सूरज की रोशनी का मुकाबला नहीं किया जा सकता। इंद्र बरखा समान पूजस ना कूप जल, जिहड़ा बरखा का पानी है उस पानी का सामना एक खूह का पानी नहीं कर सकता। इस तरह चंदन सुबास ना पलास में काइए, चंदन की कीमत के बराबर कोई बांस की लकड़ नहीं कीमत पा सकती। तो इस तरह सतगुरु जी के बारे भाई गुरदास जी कहते हैं, श्री गुरु दयाल की दया ना आन दे में, जो दया गुरु हरगोबिंद साहब महाराज जी दे विच सी वो दया किसी होर दे विच नहीं। श्री गुरु दयाल की दया ना आन दे में, जो खंड ब्रह्मंड उदे अस्त लौटाइए। भावें खंडा ब्रह्मंडा जिधर मर्जी चले जाइए, पर गुरु की बख्शिश का पात्र गुरु की शरण विच आकर के ही है। सतगुरु जी ने जिहड़ा ये पर्व आप मना रहे हैं, इस पर्व का महत्व यह है कि असी सतगुरु जी के बाणी दे नाल, बाणी दे उस प्रकाश दे विच जीना है। जो अज आप एक दीवा बालिया है ना, जो असी अज एक मोमबत्ती लाई है गुरु घर दे विच, वो एक संदेश बन के जाना कि ये एक संदेश है
कि असी बाहरी तौर ते सतगुरु जी अज एक मोमबत्ती का एक दीवा बालिया, पर किरपा करो साडे अंदर ही सदैवी दीवा बल पवे, साडे अंदर सदैवी ही दीवा बले। असी वो रोशनी लैनी है। जदों साडे अंदर हमेशा वास्ते दीवा बल जाएगा ना, तो सानू फिर ठोकर नहीं मिलनी, सानू असी कुराए नहीं पै सकांगे। जिहड़ा मनुख गुरबाणी दी विचार दा दीवा बाल लैंदा है, वो इंसान कदी फिर विकारां दे अंधकार दे विच कदी ठोकर नहीं खांदा। जिथे आपां बाहरी तौर ते वेखदे हां भी प्रकाश करके चानण करके सानू रस्ता दिखाई दिंदा है, घर दे विच पई होई हर एक चीज़ सानू दिखाई दिंदी है। इसे तरह जदों साडे अंदर ज्ञान का दीपक बल जाता है, अंधकार दूर होकर के साडे अंदर गुरु के ज्ञान का प्रकाश हो जाता है। क्योंकि गुरबाणी इस जग में चानण कर्म सहमन आए, जिन्हां दे चंगे कर्म हैं उन्हां दे अंदर गुरबाणी का प्रकाश है। तो सतगुरु गुरु हरगोबिंद साहब महाराज जिन्हां दा अज आपां पावन बंदी छोड़ मना रहे हैं, अज उन्हां दे सामने अरदास करके जाइए, सतगुरु जी तुसीं जिथे 22 राजियां नूं छडाया और सब तो वड्डी क्रांति ये लैके आए कि जो उस वेले के हुक्मरान सन, जो धक्के करते सन, उस क्रांति नूं उजागर गुरु हरगोबिंद साहब महाराज ने मीरी पीरी के तरवाना पहन के किया। धर्म ते राजनीति नूं इकट्ठा करके एक ऐसी जोत, ऐसी मिसाल जगाई जिहड़ी अज भी साडा रहनुमाई करती है। अज असी उस गुरु के अगे अरदास करिए, सतगुरु जी असी आ जिहड़े बाहरी दीवे हैं ना, इन्हां तो बच के ये दीवे जिहड़े ने एक वक्ती तौर पर दीवे ने। जिवें आपां भाई गुरदास जी की बात पढ़ते हैं कि दिवाली की रात दीवे बालियां, उसका भाव ये नहीं है कि दिवाली वाले दिन आपां रात को दीवे बाल लिए, नहीं, वो एक उदाहरण है कि दिवाली की रात दीवे बालियां। जिवें दिवाली को रात को दीवे लोग बालते हैं, पर ये दिवाली के जिहड़े दीवे ने ये वक्ती ने, थोड़ी देर बाद। तारे जात सनात अंबर झालियां, ऐन लगे अंबर जिहड़ा अंबर दे विच समान दे विच रात को तारे जिहड़े टिमटमाउंदे ने, पर वक्ती तौर पर हाँ तारे जात सनात अंबर भालियां, पर सवेर नूं नहीं दिसदे। फुल्लां की बागात चुन चुन चालियां, फुल जिहड़े ने वो हमेशा सुगंधी नहीं रखते। तुसीं सवेरे जिहड़े फुल तोड़ के माला बनाई किसी के गल विच पाई, शाम नूं ਉਹਦੇ ਵਿੱਚ ਉਹ रस ਉਹ सुगंध नहीं, शाम ਨੂੰ ਉਹ ਕਿਸੇ डस्टबिन के डब्बे 'ਚ ਪਏ ਹੁੰਦੇ, ਉਹ भी वक्ती तौर पर नहीं। पर सਦੀवी तौर पर की है, गुरमुख सुख फलदात शब्द संभालिया। गुरमुख जिहड़ा गुरु दे उस दिते हुए मार्ग से चलता है, गुरमुख उसनूं कहते हैं। गुरमुख सुख फलदात, सब तो वड्डी दात की है शब्द संभालियां। भाई गुरदास जी ने इस पौड़ी दे विच शब्द की संभाल नूं प्रमुखता दी है, ना कि दिवाली वाले दिन दीवे बालन की गल की। क्योंकि दीवा बले अंधेरा जाए, वेद पाठ मत पापां खाए, उगवे सूर न जापे चंद, ते ज्ञान प्रकाश अंधकार मिटन। जदों सूरज चढ़ जाता है तो उस वेले जिहड़ा अंधेरे नूं कहना नहीं पैंदा कि तुसीं चला जा, आप ही अलोप हो जाता है। इस तरह जिहदे अंदर ज्ञान का दीपक बल गया, उत्थों फिर अंधकार दूर हो जाता है। ताही सतगुरु गुरु नानक साहब महाराज कहते हैं, दीवा मेरा एक नाम दुख विच पाया तेल, दुख का तेल विच पाया ते नाम का दीवा रोशन किया। की होया उन चानन को सोखिया, चुका जम सो मेल। जिवें जिवें लाट बलदी गई, तेल सड़दा गया, दुखां दा तेल सड़दा गया, ते सुखां दी लो उजागर हुंदी गई। ते दीवा जिहड़ा जदों बलिया ते वो दीवा जिहड़ा सी उसने इस तरह का चानन किया कि फिर बार बार बाहरी तौर पर दीवे जगाने की लोड़ नहीं पई। फिर एक बारी दीवा जिहड़ा जग जाता ना, वो फिर गुरु के आसे अनुसार जिंदगी जीवन का उसका जिहड़ा है ढंग ही वखरा हो जाता है। सतगुरु जी ने सानू अज बंदी छोड़ वाले दिन जो एक संदेश दिता कि गुरु की बाणी जिहड़ी है ये बंधना तो छुड़ाउण वाली है।
ये विकारां तो दूर करने वाली है, अंधकार तो दूर करने वाली है। इस करके इस दे नाल जुड़, इस दी परिक्रमा कर, गुरु के आसन साथ चल। सो साडा सारिਆਂ ਦਾ ਮਨਾਇਆ ਹੋਇਆ ਇਹ पावन दिवस सतगुरु जी कृपा कर सारिਆਂ ਨੂੰ नाम की दात बख्शिश कर, ਤਾਂ जो साडा ये लोक सुखिया परलोक सुहिला हो सके। सतगुरु जी कृपा कर इनियां बेनतियां प्रवान करनियां। वाहिगुरु जी का खालसा, वाहिगुरु जी की फतेह।